ਓਮ ਸ਼ਾਂਤੀ ਸਤਿ ਸ੍ਰੀ ਅਕਾਲ। ਮੈਂ ਅਮਰਜੀਤ ਕੌਰ ਦੁਆ ਫਿਰ ਆਪ ਜੀ ਦੇ ਨਾਲ ਇੱਕ ਓਂਕਾਰ ਇੱਕ ਪਰਮਾਤਮਾ ਦੇ ਸੀਰੀਜ਼ ਦੇ ਵਿੱਚ ਆਪ ਜੀ ਦੇ ਨਾਲ ਆਪਾਂ ਜਪਜੀ ਸਾਹਿਬ ਸਾਂਝ ਕਰ ਰਹੇ ਹਾਂ। ਸਤਸੰਗ ਰੂਪ ਵਿੱਚ ਆਪਾਂ ਮਿਲਦੇ ਹਾਂ ਰੋਜ਼। ਅਤੇ ਕਿੰਨੀ ਪਿਆਰੀ ਗੱਲ ਹੈ ਕਿ ਮੈਨੂੰ ਵੀ ਰੱਬ ਨਾਲ ਜੁੜਨ ਦਾ ਮੌਕਾ ਮਿਲਿਆ ਅਤੇ ਆਪ ਜੀ ਨੂੰ ਵੀ। ਮੈਂ ਤੁਹਾਡੇ ਨਾਲ ਅਤੇ ਤੁਸੀਂ ਮੇਰੇ ਨਾਲ, ਅਸੀਂ ਰਲ ਕੇ ਇੱਕ ਯਾਤਰਾ 'ਤੇ ਨਿਕਲ ਰਹੇ ਹਾਂ ਅਤੇ ਇੱਕ ਦੂਜੇ ਨੂੰ ਸਮਝ ਰਹੇ ਹਾਂ ਅਤੇ ਉਸ ਅਕਾਲ ਪੁਰਖ ਦੀ ਬਾਣੀ ਨੂੰ ਸਮਝ ਰਹੇ ਹਾਂ ਅਤੇ ਇਕੱਠੇ ਰਲ ਕੇ ਆਪਾਂ ਸਿਮਰਨ ਕਰਦੇ ਹਾਂ ਅਤੇ ਉਸ ਦੀ ਵਡਿਆਈ ਅਤੇ ਉਸ ਦੀ ਖੋਜ ਕਰਦੇ ਹਾਂ। ਅਤੇ ਪਿਛਲੀ ਵਾਰੀ ਅਸੀਂ ਜਪਜੀ ਸਾਹਿਬ ਦੀ 36 ਪੌੜੀਜ਼ ਕੰਪਲੀਟ ਕੀਤੇ ਅਤੇ ਅੱਜ 37 ਪੌੜੀ 'ਤੇ ਆਪਾਂ ਪਹੁੰਚ ਗਏ ਹਾਂ। ਅਸੀਂ ਧਰਮ ਖੰਡ ਅਤੇ ਗਿਆਨ ਖੰਡ ਦੇ ਬਾਰੇ ਚਰਚਾ ਕੀਤਾ ਅਤੇ ਫਿਰ ਪਿਛਲੀ ਵਾਰੀ ਸਰਮ ਖੰਡ 'ਤੇ ਵੀ ਅਸੀਂ ਗੌਰ ਕੀਤਾ ਅਤੇ ਹੁਣ ਆਪਾਂ ਚੱਲਦੇ ਹਾਂ ਕਰਮ ਖੰਡ, ਉਸ ਦੀ ਕਿਰਪਾ, ਗੁਰੂ ਕਿਰਪਾ ਅਤੇ ਫਿਰ ਸੱਚਖੰਡ। ਚਲੋ ਇਸ ਪੌੜੀ ਨੂੰ ਆਪਾਂ ਰਲ ਕੇ ਪੜ੍ਹੀਏ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨ ਕੋਈ ਹੋਰ, ਤਿੱਥੇ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਈਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨ ਕਥਨੇ ਜਾਹੇ, ਨਾਉ ਮਰੇ ਨ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਏ, ਤਿੱਥੇ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋ। ਕਰਮ ਖੰਡ ਦੀ ਬਾਣੀ ਸ਼ੁਰੂ ਹੈ ਇਸ ਪੌੜੀ ਦੇ ਵਿੱਚ। ਕਰਮ ਖੰਡ ਕੀ ਬਾਣੀ ਜੋਰ। ਇਨ ਦ ਰੀਅਲਮ ਆਫ ਗ੍ਰੇਸ, ਇੱਥੇ ਕਰਮ ਖੰਡ ਦਾ ਮਤਲਬ ਹੈ ਰੀਅਲਮ ਆਫ ਗ੍ਰੇਸ, ਜਿੱਥੇ ਗ੍ਰੇਸ ਹੈ, ਕਿਰਪਾ ਅਚੀਵ ਕੀਤੇ। ਦ ਕੁਆਲਿਟੀ ਆਫ ਸਟਰੈਂਥ ਇਜ਼ predominant. From here, with His grace, through His word, the power to overcome all vices is prevalent. Such power and strength is possible only with powerful connection with Vaheguru God and none other. Such beings are the true powerful heroes and victorious spiritual warriors, for they are completely fulfilled, ever connected with the Almighty, and His essence is imbued in every cell of theirs. ਇੱਥੇ ਗੁਰੂ ਜੀ ਬਹੁਤ ਮਤਲਬ ਤਿੰਨ ਮੇ ਰਾਮ ਰਿਹਾ ਭਰਪੂਰ। ਇੱਥੇ ਰਾਮ ਉਸ ਅਕਾਲ ਪੁਰਖ ਦੀ ਗੱਲ ਹੋ ਰਹੀ ਹੈ, ਜਿਹੜਾ ਕਿ ਜਿਸ ਬੰਦੇ ਦੇ ਵਿੱਚ, ਜਿਸ ਦੇ ਮਨ ਦੇ ਵਿੱਚ ਰਾਮ ਸਦਾ ਲਈ ਵਸਣ ਲੱਗ ਪੈਂਦਾ ਹੈ, ਉਹ ਕਰਮ ਖੰਡ, ਉਸ ਦੀ ਮਤਲਬ ਕਿਰਪਾ ਪ੍ਰਾਪਤ ਕਰ ਲਈਏ। ਗੁਰੂ ਕਿਰਪਾ ਤਾਂ ਹੁੰਦੀ ਹੈ ਹਰ ਵੇਲੇ ਹਰ ਵਕਤ, ਸਾਰੇ ਨੂੰ ਕਿਰਪਾ ਹੋ ਰਹੀ ਹੈ, ਲੇਕਿਨ ਜੋ ਉਸ ਦੀ ਕਿਰਪਾ ਨੂੰ ਲੈ ਰਹੇ, ਕੋਸ਼ਿਸ਼ ਕਰੇ, ਰਸਤੇ ਵਿੱਚ ਟੁਰ ਪਏ ਆ, ਫਿਰ ਉਹਨਾਂ ਨੂੰ ਟੁਰਦੇ ਉਹਨਾਂ ਨੂੰ ਕਿਰਪਾ ਹੁੰਦੀ ਹੈ। ਕਰਮ ਖੰਡ ਕੀ ਬਾਣੀ ਜੋਰ, ਇੱਥੇ ਜੋਰ ਹੈ ਬਾਣੀ ਦੀ, ਇੱਥੇ ਜੋਰ ਹੈ ਉਸ ਦੀ ਕਿਰਪਾ ਦੀ। ਅਤੇ ਤਿੱਥੇ ਹੋਰ ਨਾ ਕੋਈ ਹੋਰ, ਇੱਥੇ ਹੋਰ ਕੋਈ ਗੱਲ ਨਹੀਂ ਸਿਵਾਏ ਉਸ ਦੀ। ਅਤੇ ਇੱਥੇ ਮਤਲਬ ਕਿ ਇੰਨੀ ਸ਼ਕਤੀ ਹੈ ਉਹਨਾਂ ਦੇ ਵਿੱਚ, ਜਿਹੜਾ ਕਿ ਕਨੈਕਸ਼ਨ ਪਾਵਰਫੁਲ ਇੰਨੀ ਹੈ ਅਕਾਲ ਪੁਰਖ ਦੇ ਨਾਲ ਕਿ ਹੋਰ ਕੋਈ ਗੱਲ ਹੀ ਨਹੀਂ ਸੁਝਦੀ ਉਹਨਾਂ ਨੂੰ। ਅਤੇ ਇੱਥੇ ਮਤਲਬ ਕਿ ਉਹ ਸਪਿਰਿਚੁਅਲ ਹੀਰੋਜ਼ ਬਣ ਜਾਂਦੇ ਨੇ। ਜਿੱਥੇ ਜੋਧ ਮਹਾਬਲ ਸੂਰ, ਇਹਨਾਂ ਨੂੰ ਅਸਲੀ ਸੂਰ ਕਹਿੰਦੇ ਨੇ, ਜਿਹੜਾ ਕਿ ਗੁਰੂ ਦੀ ਕਿਰਪਾ ਨੂੰ ਪਾ ਲਿਆ। ਸਰਮ ਕਰਦਿਆਂ ਕਰਮ ਖੰਡ ਤੱਕ ਪਹੁੰਚ ਗਏ, ਮਤਲਬ ਬਣ ਗਏ ਕਰਮ ਅਤੀਤ, ਇੱਥੇ ਬਣ ਚੁੱਕੇ, ਪਾਵਰਫੁਲ ਹੀਰੋਜ਼ ਬਣ ਚੁੱਕੇ। ਇੱਕ ਰੋਮ ਦੇ ਵਿੱਚ ਅਕਾਲ ਪੁਰਖ ਦੀ ਅਵਸਥਾ ਮਹਿਸੂਸ ਕਰਦੇ ਨੇ, ਕਨੈਕਸ਼ਨ ਮਹਿਸੂਸ ਕਰਦੇ ਨੇ। ਅਤੇ ਉਸ ਸੂਰਮਿਆਂ ਦੀ ਗੁਰੂ ਗੱਲ ਕਰ ਰਹੇ ਨੇ ਇਸ ਕਰਮ ਖੰਡ ਦੀ ਬਾਣੀ ਵਿੱਚ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਤਾਕੇ ਰੂਪ ਨ ਕਥਨੇ ਜਾਏ, ਨਾਉ ਮਰੇ ਨ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਹੇ, ਤਿੱਥੇ ਭਗਤ ਵਸੇ ਕੇ ਲੋ, ਕਰੇ ਆਨੰਦ ਸੱਚਾ ਮਨ ਸੋਏ। Let's read the English translation. In this realm of grace, the beings are filled with and sown, joined with the Lord's admiration. Their explicit beauty thus is totally beyond description.
तिथे सीता महिमा माए मतलब उस रब अकाल पुरख के नाल उस सीता गया सी गए ने मतलब जुड़ गए ने ते इस वास्ते उसकी महिमा नहीं की जाती ताकि रूप न कथने जाए तो उसकी खूबसूरती उसकी इतनी सुंदर रूप हो जाती उसकी मन की अवस्था उसकी वड्याई अकाल पुरख गुरु नानक देव जी इन्नी उसकी वधाई कर लें कि उसनों कहने कथने ना जाए ये मतलब कि शर्म खंड तो जब निकलने आसी ते करम खंड विच पहुँच गए किरपा प्राप्त किया होया उस दे नाल लिव जुड़िया वो रोम रोम विच फस गया वस गए तो उत्थे असी उस दे नाल सीते गए उसकी गल कर रहे हैं ना वो मरे न ठागे जाए मतलब वो मरदे भी नहीं ते वो ठगे भी नहीं जाते ने वो हमेशा सदा लई उसनों कोई तुसी माया उसनों छू नहीं सकती उसनों एंटाइसमेंट्स वगैरह टेम्पटेशंस वगैरह नहीं मतलब लागू नहीं ने इंग्लिश ट्रांसलेशन वेखिए they die not and are untouched by any worldly temptations and deceptions as in the minds of such beings the Lord dwells क्यों क्योंकि जिनके राम वसे मन माए क्योंकि उन्हों के मन में बस राम ही वस रहा जिथे परम आत्मा वसता है जिस क्षण विच परमात्मा साडे मन विच वसते उस एक कड़ी दे विच एक क्षण दे विच सानू दुख हो ही नहीं सकता असी उस एक क्षण दे विच माया भी सानू टच नहीं कर सकते क्योंकि माया का डेफिनेशन ही है जद हर तो असी विसरने पर जद असी हरी नू अपने मन बुद्ध दे विच रखने तो फिर वो साढ़े तो विसर नहीं सकता फिर उस मतलब उसनों असी रखा होया फिर माया साढ़े नेड़े नहीं आ सकती तो ये इत्थे वो महाबलसूर की गल हो रही है जड़े वो करना आ गए ने ते कर रहे ने ते हो रहा उन्होंने कोल एक एक घड़ी विच रब दे साथ साथ सिमरो गोबिंद वो करते हैं उन्हों हो चुके फिर वो उन्होंने ठगिया नहीं जाता उन्होंने टेम्पटेशनस की डिसैप्शनस की दुनियावी तौर तरीके उन्होंने छूंदा नहीं क्योंकि वो मतलब कि मस्त हो गए फिर उन्होंने मौत का भी फिक्र नहीं उन्होंने मरन की लोड़ ही नहीं क्योंकि वो डाइंग अलाइव जिसनों कहते बाहरली चीज़ां तो टुर उत्ते चले गए ने अकाल पुरख विच ही लवलीन ने हाँ वो बड़े प्यारे होंगे दुनिया विच तुहाडे नाल बहुत प्यार नाल मिलणगे बल्कि उसके चेहरे के नूर ते उसके तौर तरीके तुहानूं बहुत ही चंगा लगेगा ये नहीं कि वो तुहानूं नाल नेड़े ने अगे बुत्था बनाणगे नहीं वो गल नहीं इत्थे रब्बी इंसान जिहड़े ने उन्हां दी नूर उन्हां दी प्यार बेहद बेअंत अकाल पुरख वर्गा ही हो जांदा है तिथे भगत वसे केलो as in the minds of such beings the Lord dwells उन्हां दी मन दे विच रब वस गया such divine devotees from all over reside here very well तिथे भगत वसे कह लो वो इस अस्थान दे विच मतलब खंड की गल हो रही कि अलग अलग खंड ने एक्चुअली एको धरती तो हुई हुई है ब्रह्मंड तो यही हुई है पर स्टेजेस दस रहे ने ब्रह्मंड दे विच मतलब खंड क्या हो गया पर है अवस्था मन दी ते तिथे भगत वसे कह लो इत्थे फिर वो वसते ने बड़े प्यार दे नाल क्योंकि इत्थे है ही उन्हां दा वास्ते करे आनंद सच्चा मन सोए celebrating divinity their minds always connected with the true Lord ਉਹ ਫਿਰ ਆਨੰਦ ਵਿੱਚ ਸੱਚਾ ਮਨ ਨੂੰ ਉਸ ਦੇ ਨਾਲ ਸਿੱਤਾ ਹੋਇਆ ਤੇ ਉਸ ਦੇ ਨਾਲ ਜੁੜਿਆ ਹੋਇਆ ਉਹ ਉਹਨਾਂ ਦੀ ਅਵਸਥਾ ਫਿਰ ਉਹਨਾਂ ਨੂੰ ਅਸੀਂ ਭਗਤ ਕਹਿੰਦੇ ਉਹਨਾਂ ਦੇ ਜਿੱਥੇ ਭਗਤ ਵਸੇ ਕੇ ਲੋ ਭਗਤ ਉਹਨਾਂ ਨੂੰ ਕਹਿੰਦੇ ਆ ਥਰੂ ਤੇ ਸ਼ਰਮ मतलब कि कोशिश कर रहा है वो उस वर्गा बनना है तो फिर इस अवस्था तक पहुँचना जरा कि प्राप्त कर लिया तो इत्थे उस भगत ते उस सूरमा महाबल की गल हो रही है जरा अकाल पुरख के नेड़े की एकमिक हो गए चलो आपां होर अगे समझिए इस कर्म खंड नूं असी
ਕਿੰਨੇ ਪਿਆਰ ਦੇ ਨਾਲ ਰੀਅਲਮ ਆਫ ਗ੍ਰੇਸ ਜਿਹੜੀ ਹੈ ਕਿੰਨੀ ਸੋਹਣੀ ਹੈ। ਅਤੇ ਇੱਥੇ ਅਸੀਂ ਵੀ ਪਹੁੰਚਣਾ ਚਾਹੁੰਦੇ ਹਾਂ। ਇਹ ਗੁਰੂ ਨਾਨਕ ਦੇਵ ਜੀ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਨੂੰ ਸੁਣ ਕੇ ਮੇਰਾ ਵੀ ਦਿਲ ਕਰ ਰਿਹਾ ਕਿ ਮੈਂ ਸਰਮਖੰਡ ਤੋਂ ਲੰਘ ਕੇ ਛੇਤੀ ਛੇਤੀ ਕਰਮਖੰਡ ਵਿੱਚ ਜਾਈਏ, ਉਸ ਅਕਾਲ ਪੁਰਖ ਦੇ ਨਾਲ ਲਵਲੀਨ ਹੋ ਜਾਈਏ, ਇੱਕਮਿਕ ਹੋ ਜਾਈਏ। ਫਿਰ ਆਪਾਂ ਵੀ ਆਪਣਾ ਜੀਵਨ ਦਾ ਸਫਲਤਾ ਪਾਵਾਂਗੇ। ਕਿੰਨੀ ਪਿਆਰੀ ਹੋਏਗੀ ਨਾ ਕਿ ਇਸ ਵੇਲੇ ਤਾਂ ਜ਼ਰਾ ਦੁੱਖ ਹੁੰਦੀ ਹੈ ਬਟ ਅਸੀਂ ਉਸਨੂੰ ਓਵਰਕਮ ਕਰ ਸਕਦੇ ਹਾਂ। ਪਰ ਇੱਥੇ ਗੱਲ ਜਿਹੜੀ ਹੋ ਰਹੀ ਉਹ ਤਾਂ ਦੁੱਖ ਹੁੰਦੀ ਨਹੀਂ ਹੈ, ਮਾਇਆ ਹੁੰਦੀ ਨੇ। ਸਾਨੂੰ ਇਸ ਵੇਲੇ ਮਾਇਆ ਤਾਂ ਆਉਂਦੀ ਹੈ ਪਰ ਅਸੀਂ ਉਸਨੂੰ ਚੇਂਜ ਸਵਿਚ ਅਕਾਲ ਪੁਰਖ ਨੂੰ ਫਟਾਫਟ ਯਾਦ ਕਰਕੇ ਹੈਂਡਲ ਕਰ ਲੈਂਦੇ ਹਾਂ। ਪਰ ਇੱਥੇ ਉਹਨਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੂੰ ਮਾਇਆ ਛੂੰਹਦੀ ਵੀ ਨਹੀਂ ਹੈ। ਕਿੰਨੀ ਵਧੀਆ ਗੱਲ ਹੈ ਨਾ ਕਿ ਕੋਈ ਡਿਪਰੈਸ਼ਨ, ਕੋਈ ਸਟ੍ਰੈਸ, ਕੋਈ ਪ੍ਰੋਬਲਮ, ਕੋਈ ਦੁੱਖ ਨੇੜੇ ਵੀ ਨਾ ਆਏ, ਉਹ ਦੂਰੋਂ ਹੀ ਭੱਜਣ ਕਿਉਂਕਿ ਅਕਾਲ ਪੁਰਖ ਨਾਲ ਲਵਲੀਨ ਨੇ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਬੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਇਹ ਸੱਚਖੰਡ ਤੱਕ ਅਸੀਂ ਪਹੁੰਚ ਗਏ ਹਾਂ ਅਤੇ ਸੱਚਖੰਡ ਵਸੈ ਨਿਰੰਕਾਰ। In the realm of truth, Sachkhand, abides the bodiless one, for that being is now one with him, egoless, without any self, any body consciousness. While watching this play of life, enriched and supported by him, unfold, for he, the everlasting one, has cast his benevolent eye and care and enriched it with happiness and wonder. ਇੱਥੇ ਗੱਲ ਹੋ ਰਹੀ ਸੱਚਖੰਡ ਦੀ, ਜਿੱਥੇ ਵਸਦੇ ਨੇ ਪਰਮਾਤਮਾ। ਅਤੇ ਜੇ ਆਪਾਂ ਉੱਥੇ ਉਸ ਖੰਡ ਵਿੱਚ ਚਲੇ ਜਾਈਏ ਜਿੱਥੇ ਪਰਮਾਤਮਾ ਹੈ ਅਤੇ ਉਸ ਦੇ ਨਾਲ ਕਰ ਕਰ ਵੇਖੇ ਨਦਰ ਨਿਹਾਲ, ਉਹਨਾਂ ਵਰਗਾ ਅਸੀਂ ਨਿਹਾਲ ਹੋ ਕੇ, ਫਰੀ ਹੋ ਕੇ, ਇਮੈਂਸੀਪੇਟਿਡ ਹੋ ਕੇ, ਬੋਡੀ ਕੌਨਸ਼ੀਅਸ ਤੋਂ, ਈਗੋ ਤੋਂ ਪਰੇ ਹੋ ਕੇ ਇੱਕਦਮ ਉਸ ਦੀ ਖੇਡ ਨੂੰ ਵੇਖਾਂਗੇ ਉਹਨਾਂ ਵਰਗਾ। ਇਹ ਤਾਂ ਜਿਵੇਂ ਫਰਿਸ਼ਤਾ ਦੀ ਗੱਲ ਹੋ ਗਈ ਹੈ। ਇੱਥੇ ਮੈਨੂੰ ਬ੍ਰਹਮਾ ਬਾਬਾ ਯਾਦ ਆਉਂਦੇ ਨੇ ਕਿਉਂਕਿ ਬ੍ਰਹਮਾ ਬਾਬਾ ਦੀ ਜੋ ਅਸੀਂ ਗੱਲ ਕਰਨੇ ਹਾਂ ਕਿ ਉਹ ਜਦ ਅਕਾਲ ਪੁਰਖ ਉਹਨਾਂ ਦੇ ਵਿੱਚ ਆਉਂਦੇ ਸਨ ਅਤੇ ਉਚਾਰਦੇ ਸਨ ਅਤੇ ਸਾਨੂੰ ਮੁਰਲੀ ਸੁਣਾਉਂਦੇ ਨੇ ਅਤੇ ਗਿਆਨ ਦਿੰਦੇ ਨੇ ਅਕਾਲ ਪੁਰਖ ਖੁਦ। ਅਤੇ ਬ੍ਰਹਮਾ ਬਾਬਾ ਖੁਦ ਜੋ ਦਾਦਾ ਲੇਖ ਰਾਜ ਸਨ ਅਤੇ ਅਕਾਲ ਪੁਰਖ ਨੇ ਉਹਨਾਂ ਦਾ ਨਾਂ ਬਦਲੀ ਕਰਕੇ ਬ੍ਰਹਮਾ ਨਾਂ ਦਿੱਤਾ ਕਿਉਂਕਿ ਉਹਨਾਂ ਦਾ ਸਰੀਰ ਯੂਜ਼ ਕਰ ਰਹੇ ਸਨ ਬਾਣੀ ਉਚਾਰਨ ਵਾਸਤੇ। ਅਤੇ ਬ੍ਰਹਮਾ ਬਾਬਾ ਨੇ ਸ਼ਰਮ ਕਰਦਿਆਂ ਐਫਰਟ ਕਰਦਿਆਂ ਉਸਦੀ ਕਰਮ, ਉਸਦੀ ਕਿਰਪਾ ਪਾ ਲਈ। ਇਸ ਵੇਲੇ ਸਾਨੂੰ ਪਤਾ ਅਕਾਲ ਪੁਰਖ ਵੀ ਦੱਸਦੇ ਨੇ ਕਿ ਉਹ ਫਰਿਸ਼ਤਾ ਬਣ ਚੁੱਕੇ ਨੇ ਅਤੇ ਇਸ ਵੇਲੇ ਉਹ ਅਕਾਲ ਪੁਰਖ ਦੀ ਸੇਵਾ ਕਰ ਰਹੇ ਨੇ ਅਵਿਅਕਤ ਵਤਨ ਵਿੱਚ। ਇਹ ਬੜੀ ਵੱਡੀ ਗੱਲ ਹੈ ਕਿ ਮਤਲਬ ਕਿ ਸਰੀਰ ਨੂੰ ਛੱਡਿਆ ਅਤੇ ਅਕਾਲ ਪੁਰਖ ਦੇ ਕੋਲ ਵਸ ਕੇ ਉਸ ਦੇ ਹੁਕਮ ਨੂੰ ਦੇਖ ਰਹੇ ਅਤੇ ਮਦਦ ਕਰ ਰਹੇ ਚਲਾਉਣ ਵਾਸਤੇ। ਕਿੰਨੀ ਵੱਡੀ ਗੱਲ ਹੈ। ਅਤੇ ਅੱਗਾਂ ਅਸੀਂ ਦੇਖੀਏ ਅਕਾਲ ਪੁਰਖ ਕੀ ਗੱਲ ਕਰਦੇ ਨੇ। ਤਿੱਥੈ ਖੰਡ ਮੰਡਲ ਵਰ ਪੰਡ, ਜੇ ਕੋ ਕਥੈ ਤਾਂ ਅੰਤ ਨ ਅੰਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। In this state of being, of union with God, one can begin seeing and truly understanding the endlessness of the solar systems, the galaxies and universes, and creations upon creations. One cannot even begin to talk about such manifestations upon manifestations. One can now see countless of worlds and realms that is in perfect order, controlled and fixed. ਇਹ ਅਵਸਥਾ ਜਿਹੜਾ ਕਿ ਦੁਨੀਆ ਨੂੰ ਵੇਖਣ ਦਾ, ਤਿੱਥੇ ਖੰਡ ਮੰਡਲ ਵਰ ਪੰਡ, ਮਤਲਬ ਕਿ ਉਸ ਅਕਾਲ ਪੁਰਖ ਦੇ ਨਾਲ ਲਿਵ ਜੁੜਿਆ ਹੋਇਆ ਉਹ ਇਸ ਖੰਡ ਅਤੇ ਮੰਡਲ ਦੀ ਵਡਿਆਈ ਨੂੰ ਦੇਖ ਪਾ ਸਕਦੇ ਨੇ, ਸਮਝ ਸਕਦੇ ਨੇ,
ਐਂਡਲੈਸਨੈਸ ਨੂੰ ਜਾਣ ਸਕਦੇ ਨੇ, ਉਸ ਸੋਲਰ ਸਿਸਟਮਸ ਨੂੰ, ਉਸ ਗੈਲੈਕਸੀਜ਼ ਨੂੰ, ਉਸ ਯੂਨੀਵਰਸ ਨੂੰ। ਇਹ ਤਾਂ ਸੂਖਸ਼ਮ ਵਤਨ ਦੀ ਗੱਲ ਹੋਈ ਨਾ, ਮਤਲਬ ਕਿ ਦੁਨੀਆ ਤੋਂ ਬਾਹਰ 3 ਖੰਡ ਦੀ ਗੱਲ ਹੁੰਦੀ ਹੈ। ਧਰਤੀ ਇੱਕ ਖੰਡ ਹੈਗਾ ਜਿਹੜਾ ਅਸੀਂ ਕਹਿੰਦੇ ਆਕਾਰ, ਸਾਕਾਰ ਖੰਡ। ਫਿਰ ਸੂਖਸ਼ਮ ਵਤਨ ਹੁੰਦਾ ਅਤੇ ਫਿਰ ਸੱਚਖੰਡ ਹੁੰਦਾ, ਜਿਹੜਾ ਕਿ ਅਸੀਂ ਕਹਿੰਦੇ ਹਾਂ ਪਾਰ ਬ੍ਰਹਮ। ਅਤੇ ਇਹ ਖੰਡ ਦੇ ਇਹ ਜਿਹੜੀ ਅਸੀਂ ਤ੍ਰਿਲੋਕ ਵੀ ਕਹਿੰਦੇ ਹਾਂ, 3 ਲੋਕ ਹੁੰਦੇ ਨੇ। ਅਤੇ ਗੁਰੂ ਇੱਥੇ ਉਸ ਸੱਚਖੰਡ ਦੀ ਗੱਲ ਕਰ ਰਹੇ ਨੇ, ਮਤਲਬ ਕਿ ਸਾਡੀ ਪਰਮ ਧਾਮ। ਪਰ ਕਿਉਂਕਿ ਗੁਰੂ ਥੋੜ੍ਹਾ ਦੁਨੀਆ ਤੋਂ ਥੋੜ੍ਹਾ ਨੇੜੇ ਵੇ, ਅਤੇ ਪਰਮ ਧਾਮ ਤੋਂ ਸ਼ਾਇਦ ਜਿੱਥੇ ਸੇਵਾ ਹੁੰਦੀ ਹੈ ਸੂਖਸ਼ਮ ਵਤਨ ਦੀ ਗੱਲ ਹੋ ਰਹੀ ਹੈ, ਕਿਉਂਕਿ ਉਹ ਇਹ ਪੂਰੀ ਗੈਲੈਕਸੀਜ਼ ਮੈਨੀਫੈਸਟਨ ਯੂਨੀਵਰਸਿਸ ਤੋਂ ਉੱਤੇ ਵੇ। ਅਤੇ ਇੱਥੇ ਜਿਹੜਾ ਫਰਿਸ਼ਤਾ ਅਕਾਲ ਪੁਰਖ ਦੇ ਕੋਲ ਨੇ, ਉਹ ਚਲਾ ਰਿਹਾ, ਉਹ ਕਰ ਰਿਹਾ ਅਤੇ ਉਹ ਵੇਖ ਰਿਹਾ ਸਾਰਾ ਕੁਛ ਚੱਲ ਰਿਹਾ। ਅਤੇ ਇਹਨਾਂ ਦੀ ਵਡਿਆਈ ਅਕਾਲ ਪੁਰਖ ਵਰਗਾ ਹੀ ਜੇ ਕੋ ਕਹੇ ਕਥੈ ਤਾਂ ਅੰਤ ਨਾਥ, ਮਤਲਬ ਇਸ ਦੀ ਅੰਤ ਨੂੰ ਸਮਝ ਹੀ ਨਹੀਂ ਪਾ ਸਕਦੇ ਇਹਨਾਂ ਲੋਕਾਂ ਦੀ। ਅਤੇ ਇੱਥੇ ਲੋ ਆਕਾਰ, ਕਿਉਂਕਿ ਉਹਨਾਂ ਦੀ ਵੀ ਆਕਾਰ ਇਸ ਦੁਨੀਆ ਤੋਂ ਵੱਧ ਕੇ ਹੈ। ਜਿਵ ਹੁਕਮ ਤਿਵੇਂ ਤਿਵਕਾਰ, ਔਰ ਉਹ ਉਸ ਦੀ ਹੁਕਮ ਦੇ ਵਿੱਚ ਹੀ ਚੱਲ ਰਹੇ ਨੇ। ਅਤੇ ਇਹ ਸਾਰਾ ਕੁਛ ਇਸ ਦੇ ਹੁਕਮ ਵਿੱਚ ਹੀ ਚੱਲ ਰਿਹਾ। ਅਤੇ ਉਹ ਲੋਕ ਵੀ one can now see countless of worlds and realms that is perfect order, controlled and fixed. ਉਹ ਵੇਂਦੇ ਨੇ ਫਿਰ ਕਿ ਉਸ ਦੀ ਹੁਕਮ ਕਿਵੇਂ ਚੱਲ ਰਿਹਾ। ਇਹ ਬਹੁਤ ਹੀ ਉੱਚੀ ਅਵਸਥਾ ਦੀ ਗੱਲ ਹੈ, ਸੱਚਖੰਡ ਦੀ ਅਵਸਥਾ ਦੀ ਗੱਲ ਹੈ। ਅਤੇ ਆਪਾਂ ਇਸ ਸੱਚਖੰਡ ਨੂੰ ਫਿਰ ਆਪਾਂ ਸਮਝਾਂਗੇ ਅਗਲੀ ਕੜੀ ਵਿੱਚ। ਅਸੀਂ ਧਿਆਨ ਦਿਆਂਗੇ ਕਿ ਇਹ ਸੱਚਖੰਡ ਦੀ ਜਿਹੜੀ ਗੱਲ ਹੈ, ਇਹ ਪਰਮਧਾਮ ਵਰਗਾ ਹੀ ਹੈ, ਪਰਮਧਾਮ ਹੀ ਹੈ। ਅਤੇ ਸੂਖਸ਼ਮ ਵਤਨ ਅਤੇ ਪਰਮਧਾਮ ਦਾ ਬਹੁਤ ਬਾਰੀਕੀ ਫਰਕ ਹੈ। ਉਹ ਅਕਾਲ ਪੁਰਖ ਆ ਕੇ ਸਾਨੂੰ ਦੱਸਦੇ ਨੇ, ਪਰ ਇੱਥੇ ਜਿਹੜੀ ਗੁਰੂ ਨਾਨਕ ਗੱਲ ਕਰ ਰਹੇ ਨੇ, ਉਹ ਮਤਲਬ ਕਿ ਜਿੱਥੇ ਰੱਬ ਹੈ ਉੱਥੇ ਉਹ ਫਰਿਸ਼ਤਾ ਨੇ, ਅਤੇ ਉਹ ਫਿਰ ਦੁਨੀਆ ਨੂੰ ਅਲੱਗ ਤੋਂ ਵੇਖ ਰਹੇ ਨੇ। ਇਹ ਬਹੁਤ ਹੀ ਸੋਹਣਾ, ਅਤੇ ਅਸੀਂ ਵੀ ਚਾਹੁੰਦੇ ਕਿ ਅਸੀਂ ਵੀ ਇਸ ਖੰਡ ਸੱਚਖੰਡ 'ਤੇ ਜਾਈਏ, ਅਸੀਂ ਵੀ ਇੱਥੇ ਤੱਕ ਸਾਡੀ ਅਵਸਥਾ ਪਹੁੰਚੀਏ। ਅਤੇ ਆਓ ਅਗਲੀ ਕੜੀ ਵਿੱਚ ਫਿਰ ਆਪਾਂ ਇਸ ਨੂੰ ਕੰਪਲੀਟ ਕਰਾਂਗੇ। ਥੈਂਕ ਯੂ ਆਪ ਜੀ ਦਾ। ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ।